ਗੁੱਡ ਮਾਰਨਿੰਗ ਸਟੂਡੈਂਟਸ, ਸਵਾਗਤ ਹੈ ਤੁਹਾਡਾ ਅੱਜ ਦੀ ਪੰਜਾਬੀ ਲਾਜ਼ਮੀ ਦੀ ਕਲਾਸ ਵਿੱਚ। ਹਾਂਜੀ, ਅੱਜ ਆਪਾਂ ਕਰਾਂਗੇ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਅਤੇ ਕਹਾਣੀ ਤ੍ਰਿਸ਼ਨਾ ਦੇ ਵਿਸ਼ਾ ਵਸਤੂ ਬਾਰੇ। ਹਾਂਜੀ, ਸ਼ੁਰੂ ਕਰਦੇ ਸਭ ਤੋਂ ਪਹਿਲਾਂ ਕਹਾਣੀਕਾਰ ਬਾਰੇ। ਹਾਂਜੀ, ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫੋਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ MA ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡੀਓ ਤੋਂ ਸ਼ੁਰੂ ਕੀਤਾ ਸੀ। ਇਸ ਅਦਾਰੇ ਨਾਲ ਇਹ 1942 ਤੋਂ 1966 ਤੱਕ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਕੰਮ ਕਰਦੇ ਰਹੇ ਅਤੇ ਸਟੇਸ਼ਨ ਡਾਇਰੈਕਟਰ ਬਣੇ। ਇਸ ਦੌਰਾਨ ਉਹਨਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜਭਾਰ ਨਿਭਾਇਆ। ਦੁੱਗਲ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ। ਹਾਂਜੀ, 66 ਤੋਂ 73 ਤੱਕ। ਉਹਨਾਂ ਨੇ ਸੂਚਨਾ ਐਡਵਾਈਜ਼ਰ ਵਜੋਂ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬਰਾਡਕਾਸਟਿੰਗ ਪਲੈਨਿੰਗ ਕਮਿਸ਼ਨ ਵਿੱਚ ਵੀ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਹੇ। ਹਾਂਜੀ, ਰਾਜਨੀਤੀ ਦੇ ਵਿੱਚ ਵੀ ਹੋ ਰਹੇ ਰਾਜ ਸਭਾ ਦੇ ਮੈਂਬਰ। ਉਹ ਕਈ ਸੰਸਥਾਵਾਂ ਦੇ ਸੰਸਥਾਪਕ ਵੀ ਸਨ, ਜਿਨ੍ਹਾਂ ਵਿੱਚ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ, ਇੰਸਟੀਚਿਊਟ ਆਫ ਸੋਸ਼ਲ ਐਂਡ ਇਕਨੋਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਅਹੁਦੇਦਾਰ ਵੀ ਰਹੇ। ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੌਜੂਦਾ ਪ੍ਰਧਾਨ ਸਨ। ਹਾਂਜੀ, ਪੰਜਾਬੀ ਸਾਹਿਤ ਸਭਾ ਦਿੱਲੀ ਉਹਨਾਂ ਦੇ ਮੌਜੂਦਾ ਪ੍ਰਧਾਨ ਸਨ ਅਤੇ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੋਮੀਨੇਟਡ ਫੈਲੋ ਬਣੇ। ਅਗਸਤ 1977 ਨੂੰ ਉਹਨਾਂ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ। ਹਾਂਜੀ, ਆਪਾਂ ਪਿੱਛੇ ਕੀਤਾ ਹੈ ਵੀ ਰਾਜ ਸਭਾ ਦੇ ਮੈਂਬਰ ਰਹੇ ਤਾਂ 77 ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। 26 ਜਨਵਰੀ 2012 ਨੂੰ ਉਹਨਾਂ ਦੀ ਮੌਤ ਹੋ ਗਈ, ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਤਰ੍ਹਾਂ 26 ਜਨਵਰੀ 2012 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਪਰਲੋਕ ਸੁਧਾਰ ਗਏ। ਹਾਂਜੀ, ਹੁਣ ਜ਼ਿਕਰ ਕਰਦੇ ਆਪਾਂ ਉਹਨਾਂ ਦੀਆਂ ਰਚਨਾਵਾਂ ਬਾਰੇ। ਕੀ ਉਹਨਾਂ ਦੀਆਂ ਰਚਨਾਵਾਂ ਸੀ, ਕਿਸ ਕਿਸ ਖੇਤਰ ਵਿੱਚ ਉਹਨਾਂ ਨੇ ਆਪਣੀ ਰਚਨਾ ਕੀਤੀ। ਹਾਂਜੀ, ਸਭ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਸਵੇਰ-ਸਾਰ 1942, ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੇ ਗਏ 1943, ਡੰਗਰ, ਅੱਗ ਖਾਣ ਵਾਲੇ, ਕਰਾਮਾਤ 1957, ਪਾਰੇ ਮੇਰੇ 1961, ਇੱਕ ਛਿੱਟ ਚਾਨਣ ਦੀ 1963, ਮਾਝਾ ਨਹੀਂ ਮੋਇਆ 1970, ਨਵਾਂ ਘਰ, ਸੋਨਾਰ ਬੰਗਲਾ, ਫੁੱਲ ਤੋੜਨਾ ਮਨਾ ਹੈ। ਹਾਂਜੀ, ਇੱਕ ਕਵਿਤਾ ਵੀ ਹੈ ਫੁੱਲ ਤੋੜਨ ਵਾਲੇ ਨੂੰ। ਹਾਂਜੀ, ਫੁੱਲ ਤੋੜਨਾ ਮਨਾ ਹੈ, ਢੋਇਆ ਹੋਇਆ ਬੂਹਾ, ਹੰਸਾ ਆਦਮੀ 1986, ਪੈਣਗੇ ਵੈਣ ਡੂੰਘੇ 1993, ਭਾਬੀ ਜਾਨ 1995, ਮੌਤ ਇੱਕ ਗੁੱਚੇ ਦੀ 1995। ਉਸ ਤੋਂ ਬਾਅਦ ਤ੍ਰਿਸ਼ਨਾ, ਜੋ ਆਪਾਂ ਨੂੰ ਸਿਲੇਬਸ ਦੇ ਵਿੱਚ ਲੱਗੀ ਹੈ, ਹੱਥ ਲਈ ਕਹਾਣੀ ਹੈ ਜੋ ਤ੍ਰਿਸ਼ਨਾ ਕਹਾਣੀ। ਤੋਂ ਬਾਅਦ ਉਸ ਤੋਂ ਨਾਵਲ ਆਂਦਰਾਂ, ਪੁੰਨਿਆ ਦੀ ਰਾਤ, ਤੇਰੇ ਭਾਣੇ, ਬੰਦ ਦਰਵਾਜ਼ੇ 1959, ਮਿੱਟੀ ਮੁਸਲਮਾਨ ਕੀ 99। ਹਾਂਜੀ, ਉਸ ਤੋਂ ਬਾਅਦ ਨਾਟਕ ਨੇ ਕੁਝ ਕੁ, ਮਿੱਠਾ ਪਾਣੀ, ਪੁਰਾਣੀਆਂ ਬੋਤਲਾਂ, 3 ਨਾਟਕ, 7 ਨਾਟਕ। ਹਾਂਜੀ, ਫਿਰ ਕਵਿਤਾ ਦੇ ਖੇਤਰ ਵਿੱਚ ਰਚਨਾ ਕੀਤੀ ਆਪਨੇ ਕੰਡੇ ਕੰਡੇ, ਬੰਦ ਦਰਵਾਜ਼ੇ, ਬੀਬੀ ਸਦੀ ਹੋਰ ਕਵਿਤਾਵਾਂ 1999। ਹਾਂਜੀ, ਵਾਰਤਕ ਦੇ ਵਿੱਚ ਹੱਥ ਆਜ਼ਮਾਇਆ ਆਪਣੇ ਮੇਰੀ ਸਾਹਿਤਕ ਜੀਵਨੀ, ਕਿਸ ਪਹਿ ਖੋਲੋ ਗਠੜੀ, ਫਿਰ ਇਕਾਂਗੀ, ਸੁੱਤੇ ਪਏ ਨਗਮੇ। ਹਾਂਜੀ, ਉਹਨਾਂ ਨੇ ਆਲੋਚਨਾ ਦੇ ਖੇਤਰ ਵਿੱਚ ਵੀ ਆਪਣੀ ਰਚਨਾ ਕੀਤੀ, ਨਵੀਂ ਪੰਜਾਬੀ ਕਵਿਤਾ, ਕਹਾਣੀ ਕਲਾ ਤੇ ਮੇਰਾ ਅਨੁਭਵ। ਇਸ ਤੋਂ ਇਲਾਵਾ ਫਿਲਾਸਫੀ ਐਂਡ ਫੇਥ ਆਫ ਸਿੱਖਿਜ਼ਮ, ਗਿਆਨੀ ਗੁਰਮੁਖ ਸਿੰਘ ਮੁਸਾਫਰ ਸ਼ਾਮਲ ਹਨ। ਕਾਂਗਰਸ ਲਾਇਬ੍ਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ। ਹਾਂਜੀ, ਇਹ ਜਾਣਕਾਰੀ ਸੀ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਬਾਰੇ। ਉਹਨਾਂ ਦਾ ਜਨਮ, ਉਹਨਾਂ ਨੇ ਕਿੱਥੇ ਕਿੱਥੇ ਆਪਣਾ ਕੰਮ ਕੀਤਾ, ਕਿਹੜੀਆਂ ਉਹਨਾਂ ਦੀਆਂ ਰਚਨਾਵਾਂ ਸੀ, ਕਦੋਂ ਉਹਨਾਂ ਦੀ ਮੌਤ ਹੋਈ, ਕਿਸ ਕਿਸ ਖੇਤਰ ਵਿੱਚ ਉਹਨਾਂ ਨੇ ਰਚਨਾ ਦਾ ਕੰਮ ਕੀਤਾ। ਹਾਂਜੀ, ਇਸ ਤੋਂ ਬਾਅਦ ਹੁਣ ਆਪਾਂ ਉਹਨਾਂ ਦੀ ਕਹਾਣੀ ਤ੍ਰਿਸ਼ਨਾ, ਜੋ ਕਿ ਆਪਣੀ ਹੱਥਲੀ ਕਹਾਣੀ ਹੈ, ਉਸਦੇ ਵਿਸ਼ੇ ਵਸਤੂ ਬਾਰੇ ਕਰਾਂਗੇ ਥੋੜ੍ਹੀ ਜਿਹੀ ਜਾਣਕਾਰੀ, ਅਤੇ ਅਗਲੀ ਕਲਾਸ ਵਿੱਚ ਆਪਾਂ ਕਰਾਂਗੇ ਪੂਰੀ ਕਹਾਣੀ ਡਿਟੇਲ ਦੇ ਵਿੱਚ। ਹਾਂਜੀ, ਆਪਾਂ ਸ਼ੁਰੂ ਕਰਦੇ ਹਾਂ। ਵਿਸ਼ਾ ਵਸਤੂ ਤ੍ਰਿਸ਼ਨਾ। ਵਿਸ਼ਾ ਵਸਤੂ
ਇਸ ਕਹਾਣੀ ਦਾ ਵਿਸ਼ਾ ਅੱਜ ਦੇ ਬਹੁਤ ਚਰਚਿਤ ਮੁੱਦੇ ਭਰੂਣ ਹੱਤਿਆ ਨੂੰ ਫੋਕਸ ਵਿੱਚ ਲਿਆਉਣ ਦੇ ਨਾਲ ਹੀ ਆਧੁਨਿਕ ਕਹੇ ਜਾਣ ਵਾਲੇ ਸਮਾਜ ਵਿੱਚ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਨ ਤੇ ਵਸਤੂ ਹੋਣ ਦੀ ਸਿਰਜਣਾ ਹੈ। ਹਾਂਜੀ, ਮੇਨ ਰੂਪ ਵਿੱਚ ਭਰੂਣ ਹੱਤਿਆ ਨੂੰ ਫੋਕਸ ਵਿੱਚ ਰੱਖ ਕੇ ਜੋ ਔਰਤ ਦੀ ਧੌਂਸ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਇਸਤਰੀ ਦੀ ਕੀ ਸਥਿਤੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੋ ਇਸਤਰੀ ਨੂੰ ਨੀਵਾਂ ਦਿਖਾਉਣਾ, ਅੱਜ ਵੀ ਨੀਵਾਂ ਦਿਖਾਇਆ ਜਾਂਦਾ, ਉਹ ਸਾਰਾ ਕੁਛ ਇਸ ਵਿੱਚ ਕੋਸ਼ਿਸ਼ ਕੀਤੀ ਗਈ ਦਿਖਾਉਣ ਦੀ। ਕਹਾਣੀ ਵਿੱਚ ਰਜਨੀ ਆਪਣੇ ਪ੍ਰੇਮੀ ਪਤੀ ਪ੍ਰਤੂਲ ਨਾਲ ਵਿਆਹ ਕਰਕੇ ਖੁਸ਼ੀਆਂ ਭਰਿਆ ਜੀਵਨ ਗੁਜ਼ਾਰ ਰਹੀ ਹੈ, ਪਰੰਤੂ ਉਸ ਦਾ ਪ੍ਰੇਮੀ ਪਤੀ ਉਸ ਨੂੰ ਮਾਂ ਬਣਨ ਤੇ ਬੱਚਾ ਪੈਦਾ ਕਰਨ ਦਾ ਫੈਸਲਾ ਕਰਨ ਦਾ ਅਧਿਕਾਰ ਨਹੀਂ ਦਿੰਦਾ। ਉਸ ਦਾ ਪ੍ਰੇਮੀ ਪਤੀ ਪ੍ਰਤੂਲ ਹੀ ਅਸਲੀ ਮੈਜਿਸਟ੍ਰੇਟ ਹੈ। ਹਾਂਜੀ, ਵੈਸੇ ਵੀ ਇੱਕ ਮੈਜਿਸਟ੍ਰੇਟ ਹੈ ਤੇ ਉਹੀ ਫੈਸਲੇ ਉਹ ਆਪਣੀ ਪਤਨੀ ਤੇ ਆਪਣੇ ਘਰ ਦੇ ਵਿੱਚ ਲਾਗੂ ਕਰਦਾ ਹੈ, ਜਿਸ ਤਰ੍ਹਾਂ ਉਹ ਇੱਕ ਅਦਾਲਤ ਦੇ ਵਿੱਚ ਫੈਸਲੇ ਸੁਣਾਉਂਦਾ ਹੈ। ਜੋ ਰਜਨੀ ਦੀ ਮਾਂ ਬਣਨ ਦੀ ਫਰਿਆਦ ਨੂੰ ਸੁਣਨ ਤੋਂ ਇਨਕਾਰੀ ਹੋ ਕੇ ਨਰ ਬੱਚੇ ਦੀ ਚਾਹਤ ਨਾਲ ਪੇਟ ਵਿੱਚ ਪਲ ਰਹੇ ਮਾਦਾ ਬੱਚੇ ਦੇ ਭਰੂਣ ਨੂੰ ਖਤਮ ਕਰਵਾਉਣ ਦਾ ਫੈਸਲਾ ਸੁਣਾਉਂਦਾ ਹੈ ਤੇ ਇਸ ਫੈਸਲੇ ਨੂੰ ਬਿਨਾਂ ਉਸ ਦੀਆਂ ਭਾਵਨਾਵਾਂ ਤੇ ਮਰਜ਼ੀ ਦੀ ਪਰਵਾਹ ਕੀਤਿਆਂ ਜਿੱਦ ਤੇ ਸਖਤੀ ਨਾਲ ਲਾਗੂ ਕਰਾਉਂਦਾ ਹੈ। ਹਾਂਜੀ, ਜਿੱਦ ਕਰਾਉਂਦਾ ਹੈ ਤੇ ਸਖਤੀ ਦੇ ਨਾਲ ਲਾਗੂ ਕਰਾਉਂਦਾ ਹੈ, ਬਿਨਾਂ ਇਹ ਕੁਝ ਜਾਣੇ ਸਮਝੇ ਕਿ ਉਸਦੀ ਪਤਨੀ ਦੇ ਦਿਲ ਤੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਇਸ ਬੱਚੇ ਪ੍ਰਤੀ। ਬਿਨਾਂ ਉਸ ਦੀ ਕਿਸੇ ਇੱਛਾ ਤੋਂ ਉਹ ਆਪਣਾ ਫੈਸਲਾ ਸੁਣਾ ਦਿੰਦਾ ਹੈ। ਮੁਹੱਬਤ ਦੇ ਜਜ਼ਬੇ ਵਿੱਚ ਭਿੱਜੇ ਇਸਤਰੀ ਮਰਦ ਵਿੱਚ ਬਰਾਬਰੀ ਦੇ ਤੇ ਇੱਕ ਦੂਜੇ ਦੀ ਇੱਛਾ ਦੇ ਸਤਿਕਾਰ ਦੀ ਆਸ ਕੀਤੀ ਜਾਂਦੀ ਹੈ, ਪਰ ਅਸਲ ਵਿੱਚ ਮਰਦ ਇਸਤਰੀ ਦੀ ਮੁਹੱਬਤ ਨੂੰ ਆਪਣੇ ਹਿੱਤ ਵਿੱਚ ਵਰਤ ਜਾਂਦਾ ਹੈ। ਹਾਂਜੀ, ਬਿਲਕੁਲ ਸੱਚਾਈ ਹੈ ਕਿ ਜੋ ਮਰਦ ਹੈ ਉਹ ਇਸਤਰੀ ਦੀ ਮੁਹੱਬਤ ਨੂੰ ਆਪਣੇ ਹਿੱਤ ਦੇ ਵਿੱਚ ਵਰਤ ਜਾਂਦਾ ਹੈ, ਪਰ ਜਦਕਿ ਇਸਤਰੀ ਅਜਿਹਾ ਨਹੀਂ ਕਰਦੀ। ਇਸ ਭਾਵੁਕ ਸ਼ੋਸ਼ਣ ਦੀ ਸ਼ਿਕਾਰ ਰਜਨੀ ਆਪਣੇ ਪਤੀ ਦੀ ਮੁਹੱਬਤ ਦੇ ਹੁੰਗਾਰੇ ਵਜੋਂ ਹੀ ਆਪਣੇ ਗਰਭ ਵਿੱਚ ਪਲ ਰਹੀ ਬੱਚੀ ਨੂੰ ਨਾ ਚਾਹੁੰਦਿਆਂ ਵੀ ਖਤਮ ਕਰਵਾ ਲੈਂਦੀ ਹੈ। ਉਸ ਦਾ ਇਹ ਗੁਨਾਹ ਆਪਣੀ ਅਣਜੰਮੀ ਧੀ ਦੀ ਮਮਤਾ ਲਈ ਸਾਰੀ ਉਮਰ ਦੀ ਸੰਤਾਪ ਤੇ ਪਛਤਾਵੇ ਦਾ ਕਾਰਨ ਬਣ ਜਾਂਦੀ ਹੈ। ਉੱਤੋਂ ਬਾਝ ਹੋ ਗਈ, ਅੱਗੋਂ ਕਿਸੇ ਹੋਰ ਬੱਚੇ ਨੂੰ ਜਨਮ ਦੇਣ ਤੋਂ ਅਸਮਰੱਥ ਹੋ ਜਾਂਦੀ ਹੈ। ਹਾਂਜੀ, ਜਦੋਂ ਉਹ ਅਬੋਰਸ਼ਨ ਕਰਵਾ ਲੈਂਦੀ ਹੈ ਆਪਣੇ ਪਤੀ ਦੀ ਜਿੱਦ ਅੱਗੇ, ਸਿਰਫ ਇਸ ਲਈ ਕਿਉਂਕਿ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਤੇ ਉਸ ਦੀ ਜਿੱਦ ਅੱਗੇ ਉਹ ਝੁਕ ਜਾਂਦੀ ਹੈ, ਅਬੋਰਸ਼ਨ ਕਰਵਾ ਦਿੰਦੀ ਹੈ, ਆਪਣੇ ਪੇਟ ਵਿੱਚ ਪਲ ਰਹੀ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਮਰਵਾ ਦਿੰਦੀ ਹੈ। ਜਦੋਂ ਆਪਾਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਕੁਦਰਤ ਵੀ ਆਪਣੇ ਨਾਲ ਖਿਲਵਾੜ ਸੁਭਾਵਿਕ ਹੀ ਕਰਦੀ ਹੈ। ਇਸੇ ਤਰ੍ਹਾਂ ਹੀ ਰਜਨੀ ਅੱਗੇ ਤੋਂ ਮਾਂ ਨਹੀਂ ਬਣ ਸਕਦੀ, ਉਹ ਬਾਂਝ ਹੋ ਜਾਂਦੀ ਹੈ। ਭਾਵ ਉਹ ਬਾਂਝ ਹੋ ਗਈ, ਅੱਗੋਂ ਕਿਸੇ ਹੋਰ ਬੱਚੇ ਨੂੰ ਜਨਮ ਦੇਣ ਤੋਂ ਅਸਮਰੱਥ ਹੋ ਜਾਂਦੀ ਹੈ। ਉਸ ਦਾ ਪ੍ਰੇਮੀ ਪਤੀ ਪ੍ਰਤੂਲ ਉਸ ਦੇ ਅੰਦਰ ਉੱਠਦੇ ਜਜ਼ਬਿਆਂ ਦੇ ਤੂਫਾਨ ਸਮਝਣ ਤੋਂ ਅਸਮਰੱਥ ਹੈ। ਗਰਭਪਾਤ ਕਰਾ ਕੇ ਮਾਨਸਿਕ ਤੌਰ ਤੇ ਪੀੜਤ ਹੋਈ ਆਪਣੀ ਪਤਨੀ ਨੂੰ ਧੀਰਜ ਦੇਣ ਦੀ ਥਾਂ ਉਹ ਇਸ ਗੱਲ ਨੂੰ ਸਧਾਰਨ ਜਿਹੀ ਸਮਝਦਾ ਹੋਇਆ ਉਸ ਨੂੰ ਕਲੱਬ ਚੱਲਣ ਲਈ ਕਹਿੰਦਾ ਹੈ ਤੇ ਫਿਰ ਉੱਥੋਂ ਆ ਕੇ ਉਸ ਦੀਆਂ ਰੋ ਰੋ ਕੇ ਲਾਲ ਹੋਈਆਂ ਅੱਖਾਂ ਦਾ ਕਾਰਨ ਸਵੇਰ ਦੀ ਟੈਨਸ਼ਨ ਸਮਝਦਾ ਹੈ। ਭਾਵ ਕਿ ਉਹ ਆਪਣੀ ਪਤਨੀ ਨੂੰ ਸਮਝ ਨਹੀਂ ਸਕਦਾ ਵੀ ਕਿ ਜੋ ਇਸਤਰੀ ਹੈ ਉਹਦਾ ਕੀ ਜਜ਼ਬਾ ਹੈ, ਉਹ ਬਿਲਕੁਲ ਸਮਝਣ ਤੋਂ ਅਸਮਰੱਥ ਹੈ। ਉਹ ਸਿਰਫ ਆਪਣੇ ਅਨੁਸਾਰ ਹੀ, ਆਪਣੀ ਮਾਨਸਿਕਤਾ ਦੇ ਅਨੁਸਾਰ ਹੀ ਉਸ ਇਸਤਰੀ ਨੂੰ ਸਮਝਦਾ, ਆਪਣੀ ਪਤਨੀ ਨੂੰ ਸਮਝਦਾ। ਇਸ ਪ੍ਰਕਾਰ ਉਹ ਇੱਕ ਪਥਰਾਏ ਜਜ਼ਬਿਆਂ ਵਾਲਾ ਵਿਅਕਤੀ ਹੈ ਜੋ ਰਜਨੀ ਦੀ ਮਾਨਸਿਕ ਪੀੜਾ ਦੀ ਡੂੰਘਾਈ ਨਹੀਂ ਸਮਝਦਾ ਤੇ ਉਸ ਨੂੰ ਸਹਿਜਤਾ ਨਾਲ ਅਣਗੌਲਿਆ ਕਰ ਦਿੰਦਾ ਹੈ। ਉਸ ਲਈ ਔਰਤ ਇੱਕ ਵਸਤੂ ਹੀ ਹੈ, ਉਸ ਨੂੰ ਜਿਵੇਂ ਉਹ ਚਾਹੇ ਰੱਖ ਸਕਦਾ ਹੈ, ਵਰਤ ਸਕਦਾ ਹੈ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਭਰੂਣ ਹੱਤਿਆ ਨੂੰ ਫੋਕਸ ਵਿੱਚ ਲਿਆ ਕੇ ਸਮਾਜ ਵਿੱਚ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਨ ਤੇ ਵਸਤੂ ਹੋਂਦ ਨੂੰ ਪੇਸ਼ ਕਰਨਾ ਹੈ। ਵਿਸ਼ਾ ਮਨੋਵਿਗਿਆਨਿਕ, ਵਿਗਿਆਨਿਕ, ਮੌਲਿਕ ਤੇ ਮਹੱਤਵਪੂਰਨ ਹੈ। ਹਾਂਜੀ, ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ, ਉਸ ਨੂੰ ਫਿਰ ਵੀ ਬਹੁਤ ਸਾਰੇ ਕੰਮਾਂ ਦੇ ਵਿੱਚ ਮਰਦ ਦੀ ਮਨਜ਼ੂਰੀ ਲੈਣੀ ਹੀ ਪੈਂਦੀ ਹੈ। ਮਰਦ ਦੇ ਫੈਸਲੇ ਹੀ ਉਸ ਦੀ ਜ਼ਿੰਦਗੀ ਉੱਤੇ ਕੰਮ ਕਰਦੇ ਹਨ। ਅੱਜ ਦੀ 21ਵੀਂ ਸਦੀ ਵਿੱਚ ਵੀ ਔਰਤ ਨੂੰ ਕਿਤੇ ਨਾ ਕਿਤੇ ਮਰਦ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ, ਜਦਕਿ ਜ਼ਰੂਰਤ ਹੈ ਮਰਦ ਇਸਤਰੀ ਨੂੰ ਇੱਕ ਦੂਜੇ ਨੂੰ ਸਮਝਣ ਦੀ, ਵਿਸ਼ਵਾਸ ਦੀ। ਹਾਂਜੀ, ਇਸ ਤਰ੍ਹਾਂ ਇਹ ਕਹਾਣੀ ਦਾ ਵਿਸ਼ਾ ਭਰੂਣ ਹੱਤਿਆ ਨੂੰ ਫੋਕਸ ਵਿੱਚ ਰੱਖ ਕੇ ਪੇਸ਼ ਕੀਤਾ ਗਿਆ
ਕਿ ਕਿਸ ਤਰ੍ਹਾਂ ਅੱਜ ਵੀ 21ਵੀਂ ਸਦੀ ਦੇ ਵਿੱਚ ਭਰੂਣ ਹੱਤਿਆ ਕਰਵਾਈ ਜਾ ਰਹੀ ਹੈ। ਕਿਸ ਤਰ੍ਹਾਂ ਲੋਕ ਪੜ੍ਹੇ ਲਿਖੇ ਹੋ ਕੇ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਇੱਕ ਮੁੰਡੇ ਅਤੇ ਕੁੜੀ ਦੇ ਵਿੱਚ ਫਰਕ ਸਮਝਦੇ ਨੇ ਤੇ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ। ਜਦਕਿ ਇੱਕ ਇਸਤਰੀ ਖੁਦ ਜੋ ਇੱਕ ਲੜਕੀ ਹੁੰਦੀ ਹੈ, ਇੱਕ ਧੀ ਹੁੰਦੀ ਹੈ, ਉਹ ਵੀ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਇਸ ਫੈਸਲੇ ਵਿੱਚ ਆਪਣੇ ਪਤੀ ਦਾ, ਇੱਕ ਮਰਦ ਦਾ ਸਾਥ ਦਿੰਦੀ ਹੈ, ਜੋ ਕਿ ਉਸੇ ਨੂੰ ਹੀ, ਇੱਕ ਲੜਕੀ ਨੂੰ, ਇੱਕ ਧੀ ਨੂੰ ਕੁੱਖਾਂ ਦੇ ਵਿੱਚ ਕਤਲ ਕਰ ਰਿਹਾ ਹੈ। ਕਿਉਂਕਿ ਲੜਕੀ ਹੁੰਦੀ ਹੈ ਜੋ, ਉਹ ਭਾਵੁਕ ਹੁੰਦੀ ਹੈ, ਸੰਵੇਦਨਸ਼ੀਲ ਹੁੰਦੀ ਹੈ, ਉਹ ਵਿਸ਼ਵਾਸ ਦੇ ਵਿੱਚ ਯਕੀਨ ਰੱਖਦੀ ਹੈ। ਪਰ ਪਰਤੂਲ ਵਰਗੇ ਜੋ ਪਤੀ ਨੇ, ਮਰਦ ਨੇ, ਉਹ ਸਮਾਜ ਦੇ ਉੱਤੇ ਇੱਕ ਕਲੰਕ ਨੇ, ਜੋ ਸਿਰਫ ਆਪਣੇ ਫੈਸਲੇ, ਜੋ ਸਮਝਦੇ ਨੇ ਕਿ ਅੱਜ ਵੀ ਔਰਤ ਇੱਕ ਮਰਦ ਦੇ ਪੈਰ ਦੀ ਜੁੱਤੀ ਹੈ ਤੇ ਔਰਤ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ, ਅਤੇ ਆਪਣੇ ਫੈਸਲੇ ਔਰਤਾਂ ਦੇ ਉੱਤੇ ਠੋਸੇ ਜਾਂਦੇ ਨੇ, ਥੋਪੇ ਜਾਂਦੇ ਨੇ, ਲਾਗੂ ਕੀਤਾ ਜਾਂਦਾ ਹੈ, ਬਿਨਾਂ ਇਹ ਸੋਚੇ ਸਮਝੇ ਕਿ ਔਰਤ ਦਾ ਇਸ ਪ੍ਰਤੀ ਕੀ ਰਵੱਈਆ ਹੋਊਗਾ, ਔਰਤ ਇਸ ਪ੍ਰਤੀ ਕੀ ਸੋਚੂਗੀ, ਜਾਂ ਇਸ ਫੈਸਲੇ ਦਾ ਉਸ ਉੱਤੇ ਕੀ ਅਸਰ ਪਵੇਗਾ। ਇਹ ਸਭ ਕੁਝ ਬਿਨਾਂ ਸੋਚੇ ਸਮਝੇ ਲਾਲਚੀ ਮਰਦ ਪਤੀ ਆਪਣੀ ਪਤਨੀ ਉੱਤੇ ਫੈਸਲਾ ਥੋਪ ਦਿੰਦਾ ਹੈ ਕਿ ਉਸਨੇ ਗਰਭਪਾਤ ਕਰਵਾਉਣਾ ਹੈ, ਇੱਕ ਲੜਕੀ ਨੂੰ ਜਨਮ ਨਹੀਂ ਦੇਣਾ, ਉਸਦੇ ਘਰ ਸਿਰਫ ਇੱਕ ਲੜਕਾ ਹੀ ਜਨਮ ਲਵੇਗਾ। ਤਾਂ ਇੱਕ ਔਰਤ ਜੋ ਕਿ ਬਲੁੰਦਰੀ ਜਾਂਦੀ ਹੈ, ਉਸਨੂੰ ਇੱਕ ਬੱਚੇ ਦੇ ਜਾਂ ਇੱਕ ਧੀ ਜਾਂ ਇੱਕ ਲੜਕੀ ਦੇ ਪਿਆਰ ਦੀ ਪਿਆਸ ਹੁੰਦੀ ਹੈ, ਉਸਨੂੰ ਇੱਕ ਤ੍ਰਿਸ਼ਨਾ ਹੁੰਦੀ ਹੈ, ਉਹ ਪਿਆਸ ਉਸਦੀ ਨਹੀਂ ਬੁਝਦੀ ਜਦੋਂ ਉਹ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਤਾਂ ਉਹ ਕਿਤੇ ਨਾ ਕਿਤੇ ਮਜਬੂਰ ਹੁੰਦੀ ਹੈ ਆਪਣੇ ਪਤੀ ਦੇ ਉਹਨਾਂ ਫੈਸਲਿਆਂ ਨੂੰ ਮੰਨਣ ਲਈ। ਹਾਂਜੀ, ਇਸ ਤਰ੍ਹਾਂ ਇੱਕ ਕਹਾਣੀ ਸੀ ਤ੍ਰਿਸ਼ਨਾ। ਬਹੁਤ ਵਧੀਆ ਕਹਾਣੀ ਹੈ, ਅੱਜ ਦੇ ਸਮੇਂ ਉੱਤੇ ਬਿਲਕੁਲ ਢੁਕਦੀ ਹੈ ਕਹਾਣੀ ਦਾ ਸਿਰਲੇਖ ਬਿਲਕੁਲ ਢੁਕਵਾ ਹੈ, ਅੱਜ ਦੇ ਸਮੇਂ ਉੱਤੇ ਲਾਗੂ ਹੁੰਦਾ ਹੈ, ਜੋ ਸਥਿਤੀ ਅੱਜ ਵੀ ਸਮਾਜ ਉੱਤੇ ਬਣੀ ਹੋਈ ਹੈ। ਹਾਂਜੀ, ਅਗਲੇ ਲੈਕਚਰ ਦੇ ਵਿੱਚ ਆਪਾਂ ਸਾਰੀ ਕਹਾਣੀ ਡਿਟੇਲ ਦੇ ਵਿੱਚ ਕਰਾਂਗੇ, ਕਿਹੜਾ ਕਰੈਕਟਰ ਹੈ, ਕੌਣ ਕਿਸ ਨੂੰ ਕੀ ਕਹਿੰਦਾ ਹੈ, ਕਿੱਥੇ ਕੀ ਸਥਿਤੀ ਬਣਦੀ ਹੈ। ਇਸ ਲਈ ਅੱਜ ਸਿਰਫ ਇੰਨਾ ਹੀ। ਉਮੀਦ ਹੈ ਤੁਹਾਨੂੰ ਕਹਾਣੀਕਾਰ ਬਾਰੇ ਦਿੱਤੀ ਜਾਣਕਾਰੀ ਅਤੇ ਕਹਾਣੀ ਦਾ ਵਿਸ਼ਾ ਵਸਤੂ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ।